ਟੀਨੂ ਸਾਹਿਬ ਕਿਵੇਂ ਦੇਖਦੇ ਹੋ ਧਰਮਸੋਤ ਦੀ ਗ੍ਰਿਫਤਾਰੀ ਨੂੰ? ਕਾਂਗਰਸ ਕਹਿ ਰਹੀ ਹੈ ਫਸਾਇਆ ਜਾ ਰਿਹਾ, ਅਕਾਲੀ ਦਲ ਤੁਸੀਂ ਕਹਿ ਰਹੇ ਹੋ ਕਿ ਬਚਾਉਣ ਦੀ ਕੋਸ਼ਿਸ਼ ਹੈ। ਦਰਖਤਾਂ ਦੀ ਕਟਾਈ ਵਿੱਚ ਸਾਧੂ ਸਿੰਘ ਨੂੰ ਗ੍ਰਿਫਤਾਰ ਕੀਤਾ। ਲੈ ਮੈਂ ਅੱਜ ਤੁਹਾਨੂੰ ਦੱਸ ਦਿੰਦਾ, ਕੁਝ ਦਿਨਾਂ 'ਚ ਬੇਲ ਹੋਈ ਲਓ। ਕੱਲਾ ਸਾਧੂ ਸਿੰਘ ਧਰਮਸੋਤ ਨਹੀਂ, ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਉਣਾ ਚਾਹੀਦਾ। ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਕਾਲੀ ਵਿੱਚ ਕੈਬਨਿਟ ਦੀ ਮੀਟਿੰਗ ਸੱਦੀ। ਉਹਦੇ ਵਿੱਚ 80 ਕਰੋੜ ਰੁਪਈਆ ਪੰਜਾਬ ਦੇ ਉਹ ਇੰਸਟੀਚਿਊਸ਼ਨ ਜਿਨ੍ਹਾਂ ਨੇ ਗਰੀਬਾਂ ਦੇ ਬੱਚਿਆਂ ਦੇ ਫੀਸਾਂ ਦਾ ਪੈਸਾ ਖਾਧਾ, ਖੁਰਦ-ਬੁਰਦ ਕੀਤਾ, ਜਿਹੜੇ ਬਲੈਕ ਲਿਸਟਡ ਹੋਏ ਸੀ, ਜਿਨ੍ਹਾਂ ਦੇ ਉੱਤੇ FIR ਕਰਨੀ ਚਾਹੀਦੀ ਸੀ, ਕਿਉਂ ਨਹੀਂ ਹੁਣ ਇਹ ਸਰਕਾਰ ਉਹਨਾਂ ਤੇ FIR ਕਰ ਰਹੀ? ਮੇਰੀ ਮੰਗ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿ ਕੇਂਦਰ ਸਰਕਾਰ ਤੋਂ ਵੀ ਕਿ ਚਰਨਜੀਤ ਸਿੰਘ ਚੰਨੀ ਨੇ 80 ਕਰੋੜ ਰੁਪਏ ਦਾ ਘਪਲਾ ਕੀਤਾ। ਮੈਂ ਤਾਂ ਅੱਜ ਹੈਰਾਨ ਹਾਂ, ਅੱਜ ਕਾਂਗਰਸੀ ਉੱਥੇ ਧਰਨਾ ਦੇ ਰਹੇ ਆ ਵੀ ਤੁਸੀਂ ਕਾਂਗਰਸੀਆਂ ਨੂੰ ਕਿਉਂ ਫੜ ਰਹੇ ਆ, ਵੀ ਜਦ ਤੁਸੀਂ ਕੰਮ ਹੀ ਇਦਾਂ ਦੇ ਕੀਤੇ ਆ। ਔਰ ਲੋਕ ਚੀਕਾਂ ਮਾਰ ਕੇ ਕਹਿੰਦੇ ਰਹੇ ਕਿ MLA ਕਾਂਗਰਸ ਦੇ MLA ਮੰਤਰੀ ਜਿਹੜੇ ਸ਼ਰਾਬ ਪਕਾਉਂਦੇ ਆ ਜਾਲੀ, ਤੁਸੀਂ ਕੋਈ ਕਾਰਵਾਈ ਨਹੀਂ ਕੀਤੀ, ਉਦੋਂ ਕੋਈ ਬੋਲਿਆ ਹੀ ਨਹੀਂ ਕਾਂਗਰਸੀ, ਉਦੋਂ ਕਿਉਂ ਨਹੀਂ ਧਰਨੇ ਲਾਏ? ਮੈਨੂੰ ਇਦਾਂ ਲੱਗਦਾ ਵੀ ਇਹ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਲਈ ਨਹੀਂ ਧਰਨੇ ਲਾ ਰਹੇ, ਇਹ ਆਪਣੀਆਂ ਨਾ ਕਿਤੇ ਫਾਈਲਾਂ ਖੁੱਲ ਜਾਣ ਉਹਦੇ ਵਾਸਤੇ ਧਰਨੇ ਲੱਗ ਰਹੇ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਦਿਨੀ ਵਿਜੀਲੈਂਸ ਵਿਭਾਗ ਦੇ ਵੱਲੋਂ ਜੰਗਲਾਤ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ, ਧਰਨੇ ਲਗਾ ਰਹੀ ਹੈ, ਕਹਿ ਰਹੇ ਨੇ ਕਿ ਸਾਧੂ ਸਿੰਘ ਧਰਮਸੋਤ ਨੂੰ ਫਸਾਇਆ ਜਾ ਰਿਹਾ ਹੈ। ਜਿੱਥੇ ਕਾਂਗਰਸ ਕਹਿ ਰਹੀ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਫਸਾਇਆ ਜਾ ਰਿਹਾ ਹੈ, ਉੱਥੇ ਅਕਾਲੀ ਦਲ ਕਹਿ ਰਿਹਾ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਫਸਾਇਆ ਨਹੀਂ ਬਲਕਿ ਬਚਾਇਆ ਜਾ ਰਿਹਾ ਹੈ। ਕਿਵੇਂ ਬਚਾਇਆ ਜਾ ਰਿਹਾ ਹੈ? ਮੇਰੇ ਨਾਲ ਸਾਬਕਾ MLA ਪਵਨ ਕੁਮਾਰ ਟੀਨੂ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਟੀਨੂ ਸਾਹਿਬ ਕਿਵੇਂ ਦੇਖਦੇ ਹੋ ਧਰਮਸੋਤ ਦੀ ਗ੍ਰਿਫਤਾਰੀ ਨੂੰ? ਕਾਂਗਰਸ ਕਹਿ ਰਹੀ ਹੈ ਫਸਾਇਆ ਜਾ ਰਿਹਾ, ਅਕਾਲੀ ਦਲ ਤੁਸੀਂ ਕਹਿ ਰਹੇ ਹੋ ਕਿ ਬਚਾਉਣ ਦੀ ਕੋਸ਼ਿਸ਼ ਹੈ। ਤੁਸੀਂ ਆਪ ਸੋਚੋ, ਬੜਾ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਜਿਹੜਾ ਆ ਉਹ ਬਕਾਇਦਾ ਇੰਨਾ ਕ੍ਰਿਸਟਲ ਕਲੀਅਰ ਆ। ਉਹਦੇ ਵਿੱਚ ਇੱਕ ਐਡੀਸ਼ਨਲ ਚੀਫ ਸੈਕਟਰੀ ਨੇ ਜਾਂਚ ਰਿਪੋਰਟ ਦਿੱਤੀ ਜਿਹਦੇ ਵਿੱਚ ਮੰਤਰੀ ਜੀ ਨੂੰ ਦੋਸ਼ੀ ਬਣਾਇਆ, ਜਿਹਦੇ ਵਿੱਚ ਲਿਖਤ ਵਿੱਚ ਆ ਗਿਆ ਕਿ 39 ਕਰੋੜ ਰੁਪਈਆ ਤਾਂ ਗੋਸਟ ਇੰਸਟੀਚਿਊਸ਼ਨ ਨੂੰ ਦੇ ਦਿੱਤਾ। ਅੱਛਾ, ਫਿਰ ਕਿੱਦਾਂ ਪਿਕ ਐਂਡ ਚੂਜ਼ ਹੋਈ? ਜਿਨ੍ਹਾਂ ਇੰਸਟੀਚਿਊਸ਼ਨ ਕੋਲੋਂ ਪੈਸੇ ਲੈਣੇ ਆ ਤੁਸੀਂ ਉਹਨਾਂ ਨੂੰ ਦੁਬਾਰਾ ਪੈਸੇ ਦੇ ਰਹੇ ਹੋ। ਜਿਹੜੇ ਖਾਸਮ ਖਾਸ ਅਫਸਰ ਸੀ ਸਾਧੂ ਸਿੰਘ ਧਰਮਸੋਤ ਦੇ, ਜਿਹੜੇ ਜੂਨੀਅਰ ਵੀ ਸੀ, ਉਹਨਾਂ ਨੂੰ ਪੈਸੇ ਵੰਡਣ ਦੀ ਡਿਊਟੀ ਲਾਈ ਜਾ ਰਹੀ ਹੈ। ਪਹਿਲੀ ਵਾਰ ਵੈਲਫੇਅਰ ਡਿਪਾਰਟਮੈਂਟ ਵਿੱਚ ਡਾਇਰੈਕਟੋਰੇਟ ਨੂੰ ਲਾਂਭੇ ਕਰਕੇ ਸਾਧੂ ਸਿੰਘ ਜੀ ਨੇ ਪੇਮੈਂਟ ਕਰਨ ਦੀਆਂ ਸਾਰੀਆਂ ਤਾਕਤਾਂ ਆਪਣੇ ਕੋਲ ਲੈ ਲਈਆਂ। ਕੀ ਕਾਰਨ ਸੀ ਇਹਦਾ ਵਿਧਾਨ ਸਭਾ 'ਚ ਵੀ ਅਸੀਂ ਰੌਲਾ ਪਾਉਂਦੇ ਰਹੇ। ਇਸ ਕਰਕੇ ਅਸੀਂ ਤਾਂ ਉਸ ਵੇਲੇ ਵੀ BJP ਕੋਲੋਂ ਡਿਮਾਂਡ ਕਰਦੇ ਰਹੇ ਹਾਂ ਵੀ CBI ਦੀ ਜਾਂਚ ਕਰਾ ਲਓ, ED ਦੀ ਕਰਾ ਲਓ, ਪਰ ਉਹਨਾਂ ਨੇ ਉਦੋਂ ਕੋਈ ਦਮ ਨਹੀਂ ਭਰਿਆ। ਹੁਣ ਮੈਂ ਬੜਾ ਹੈਰਾਨ ਹਾਂ ਮਨਪ੍ਰੀਤ ਜੀ ਕਿ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਇੰਨਾ ਕ੍ਰਿਸਟਲ ਕਲੀਅਰ ਕੇਸ ਆ ਸਕਾਲਰਸ਼ਿਪ ਦਾ, ਘਪਲੇ ਦਾ, ਜਿਹਦੇ ਵਿੱਚ ਬੜੇ ਤੱਥ ਆ ਔਰ ਜਿਹਦੇ ਵਿੱਚ 2 ਲੱਖ ਬੱਚਾ ਗਰੀਬ ਪਰਿਵਾਰਾਂ ਦਾ ਉਹਨਾਂ ਦਾ ਭਵਿੱਖ ਖਰਾਬ ਹੋ ਗਿਆ, ਉਹਨੂੰ ਛੱਡ ਕੇ ਕੇਸ ਨੂੰ ਦਰਖਤਾਂ ਦੀ ਕਟਾਈ ਵਿੱਚ ਸਾਧੂ ਸਿੰਘ ਨੂੰ ਗ੍ਰਿਫਤਾਰ ਕੀਤਾ। ਲੈ ਮੈਂ ਅੱਜ ਤੁਹਾਨੂੰ ਦੱਸ ਦਿੰਦਾ, ਕੁਝ ਦਿਨਾਂ 'ਚ ਬੇਲ ਹੋਈ ਲਓ, 2-3 ਹਫ਼ਤਿਆਂ ਦੀ ਗੱਲ ਹੈ। ਕਿਉਂਕਿ ਇੱਕ ਠੇਕੇਦਾਰ ਦੀ, ਪ੍ਰਾਈਵੇਟ ਠੇਕੇਦਾਰ ਦੀ ਡਾਇਰੀ ਤੋਂ ਤੁਸੀਂ ਉਹਨੂੰ ਬੇਸ ਬਣਾ ਕੇ ਉਹਨੂੰ ਫੜ ਲਿਆ। ਕਿਤੇ ਕੋਈ ਅੰਦਰ ਖਾਤੇ ਡੀਲ ਤਾਂ ਨਹੀਂ ਹੋ ਗਈ? ਕਿਉਂਕਿ ਇਹੋ ਜਿਹੇ ਪੋਲੀਟੀਕਲ ਕੇਸਾਂ 'ਚ ਆਮ ਕਰਕੇ ਜਦੋਂ ਬੇਲ ਹੋ ਜਾਵੇ, ਬੰਦਾ ਬਾਹਰ ਹੋ ਗਿਆ ਤਾਂ ਪੱਕਾ ਹੀ ਬਾਹਰ ਹੋ ਗਿਆ। SC ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਨੂੰ ਕਿਉਂ ਨਹੀਂ ਲਿਆ ਗਿਆ? ਕਿਉਂ ਨਹੀਂ ਯਾਦ ਆਈ ਮੁੱਖ ਮੰਤਰੀ ਜੀ ਨੂੰ ਕਿ 2 ਲੱਖ ਬੱਚੇ ਦਾ ਭਵਿੱਖ ਬਰਬਾਦ ਹੋਇਆ? ਔਰ ਮੈਂ ਹੋਰ ਇੱਕ ਗੱਲ ਦੱਸਦਾ ਮਨਪ੍ਰੀਤ ਜੀ, ਕੱਲਾ ਸਾਧੂ ਸਿੰਘ ਧਰਮਸੋਤ ਨਹੀਂ, ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਉਣਾ ਚਾਹੀਦਾ, ਕਿਉਂਕਿ ਉਹਨਾਂ ਨੇ ਕਲੀਨ ਚਿੱਟ ਦਿੱਤੀ ਸੀ। ਕਿਉਂ ਦਿੱਤੀ ਸੀ? ਕਿਸ ਬੇਸ ਤੇ ਦਿੱਤੀ ਸੀ? ਇਹ ਜਾਂਚ ਕਰਾਓ। ਸੋ ਇਸ ਕਰਕੇ ਮੈਨੂੰ ਲੱਗਦਾ, ਕਿਉਂਕਿ ਬਹੁਤ ਸਾਰੇ ਕਾਂਗਰਸੀ BJP ਵੱਲ ਭੱਜੇ ਜਾਂਦੇ ਆ, ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਪੁਰਾਣੇ ਖਾਤੇ ਨਾ ਖੁੱਲ੍ਹ ਲਵੇ ED, ਉਹ BJP
ਉਹਨਾਂ ਨੂੰ ਲੈ ਕੇ ਪਤਾ ਨਹੀਂ ਕਿਹੜੇ ਸਾਬਣ ਨਾਲ ਨਲਾਉਂਦੀ, ਉਹ ਸਾਫ਼ ਹੋ ਜਾਂਦੇ ਆ। ਤੇ ਜਦੋਂ ਉਹ ਕਾਂਗਰਸ 'ਚ ਸੀਗੇ ਉਦੋਂ ਮਾੜੇ ਸੀ, ਹੁਣ ਉਹਨਾਂ ਨੂੰ ਚੱਕ ਕੇ ਨਲਾ ਕੇ ਉੱਧਰ ਲਈ ਜਾਂਦੇ ਆ। ਹੁਣ ਉਹ ਠੀਕ ਹੋ ਗਏ ਬੰਦੇ। ਇਸੇ ਡਰ ਕਰਕੇ ਇਹ ਕਾਂਗਰਸ ਦੇ ਅੰਦਰ ਹਫੜਾ ਦਫੜੀ ਆ। ਮੈਂ ਤਾਂ ਅੱਜ ਹੈਰਾਨ ਆ, ਅੱਜ ਕਾਂਗਰਸੀ ਉੱਥੇ ਧਰਨਾ ਦੇ ਰਹੇ ਆ ਵੀ ਤੁਸੀਂ ਕਾਂਗਰਸੀਆਂ ਨੂੰ ਕਿਉਂ ਫੜ ਰਹੇ ਆ, ਵੀ ਜਦ ਤੁਸੀਂ ਕੰਮ ਹੀ ਇਦਾਂ ਦੇ ਕੀਤੇ ਆ। ਤੁਹਾਡੇ ਰਾਜ ਵਿੱਚ ਸ਼ਰਾਬ ਦੀ ਵੱਡੇ ਪੱਧਰ ਤੇ ਤਸਕਰੀ ਹੋਈ ਕਾਂਗਰਸ ਦੇ ਰਾਜ 'ਚ, 133 ਬੰਦੇ ਜਾਨ ਗਵਾ ਗਏ ਮਾਝੇ 'ਚ, ਤੁਸੀਂ ਕੋਈ ਕਾਰਵਾਈ ਨਹੀਂ ਕੀਤੀ, ਤੁਸੀਂ ਕਿਸੇ ਨੂੰ ਵੀ ਨਹੀਂ ਫੜਿਆ। ਔਰ ਲੋਕ ਚੀਕਾਂ ਮਾਰ ਕੇ ਕਹਿੰਦੇ ਰਹੇ ਕਿ MLA ਕਾਂਗਰਸ ਦੇ MLA ਮੰਤਰੀ ਜਿਹੜੇ ਸ਼ਰਾਬ ਪਕਾਉਂਦੇ ਆ ਜਾਲੀ, ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਉਦੋਂ ਕੋਈ ਬੋਲਿਆ ਹੀ ਨਹੀਂ ਕਾਂਗਰਸੀ, ਉਦੋਂ ਕਿਉਂ ਨਹੀਂ ਧਰਨੇ ਲਾਏ? ਹੁਣ ਤੁਸੀਂ, ਮੈਨੂੰ ਇਦਾਂ ਲੱਗਦਾ ਵੀ ਇਹ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਲਈ ਨਹੀਂ ਧਰਨੇ ਲਾ ਰਹੇ, ਇਹ ਆਪਣੀਆਂ ਨਾ ਕਿਤੇ ਫਾਈਲਾਂ ਖੁੱਲ੍ਹ ਜਾਣ ਉਹਦੇ ਵਾਸਤੇ ਧਰਨੇ ਲੱਗ ਰਹੇ ਆ। ਟੀਨੂ ਸਾਹਿਬ, ਇਹ ਤਾਂ ਸਮਝ ਆਉਂਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਲੀਨ ਚਿੱਟ ਦਿੱਤੀ ਕਿ ਉਹਨਾਂ ਦੀ ਸਰਕਾਰ ਸੀਗੀ, ਪਰ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ। ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਕਿਉਂ ਨਹੀਂ ਐਕਸ਼ਨ ਲੈਂਦੀ ਸਕਾਲਰਸ਼ਿਪ ਘੁਟਾਲੇ ਦੇ ਵਿੱਚ? ਦੇਖੋ, ਹੈਰਾਨੀ ਇਸ ਗੱਲ ਦੀ ਆ ਕਿਉਂਕਿ ਆਮ ਆਦਮੀ ਪਾਰਟੀ ਗਰੀਬ ਹੋਣ ਦਾ ਝੂਠਾ ਨਾਅਰਾ ਲਾਉਂਦੀ ਹੈ, ਢੋਂਗ ਕਰਦੀ ਹੈ ਆਮ ਬੰਦਿਆਂ ਦਾ, ਲੇਕਿਨ ਆਮ ਲੋਕਾਂ ਲਈ, ਗਰੀਬਾਂ ਲਈ ਕੁਝ ਨਹੀਂ ਕਰਦੀ। ਕਿਉਂ ਨਹੀਂ ਚੇਤਾ ਆਮ ਪਾਰਟੀ ਨੂੰ? ਆ 7 ਹੁਣ ਰਾਜ ਸਭਾ ਦੇ MP ਬਣੇ ਆ, ਇੱਕ ਵੀ ਨਹੀਂ ਬਣਾਇਆ ਗਰੀਬ ਕੋਈ ਸ਼ੈਡਿਊਲ ਕਾਸਟ। ਚਲੋ ਇਹ ਇੱਕ ਅਲੱਗ ਹੈਗਾ ਏਰੀਆ। ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ, ਜਿਸ ਦਿਨ ਪੰਜਾਬ ਵਿਧਾਨ ਸਭਾ 2022 ਦਾ ਜ਼ਾਬਤਾ ਲਾਗੂ ਹੁੰਦਾ, ਉਸੇ ਦਿਨ ਕੁਝ ਘੰਟੇ ਪਹਿਲਾਂ ਉਸ ਵੇਲੇ ਦੇ ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਕਾਹਲੀ ਵਿੱਚ ਕੈਬਨਿਟ ਦੀ ਮੀਟਿੰਗ ਸੱਦੀ। ਕੈਬਨਿਟ ਦੀ ਮੀਟਿੰਗ ਸੱਦ ਕੇ ਬਿਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆਂ ਦੱਸਿਆ, ਉਹਦੇ ਵਿੱਚ 80 ਕਰੋੜ ਰੁਪਈਆ ਪੰਜਾਬ ਦੇ ਉਹ ਇੰਸਟੀਚਿਊਸ਼ਨ ਜਿਨ੍ਹਾਂ ਨੇ ਗਰੀਬਾਂ ਦੇ ਬੱਚਿਆਂ ਦੇ ਫੀਸਾਂ ਦਾ ਪੈਸਾ ਖਾਧਾ, ਖੁਰਦ-ਬੁਰਦ ਕੀਤਾ, ਜਿਹੜੇ ਬਲੈਕ ਲਿਸਟਡ ਹੋਏ ਸੀ, ਜਿਨ੍ਹਾਂ ਦੇ ਉੱਤੇ FIR ਕਰਨੀ ਚਾਹੀਦੀ ਸੀ, ਕਿਉਂ ਨਹੀਂ ਹੁਣ ਇਹ ਸਰਕਾਰ ਉਹਨਾਂ ਤੇ FIR ਕਰ ਰਹੀ? ਰੂਲਸ ਕਹਿੰਦੇ ਆ ਕਿ ਉਹਨਾਂ ਤੇ FIR ਹੋਵੇ। ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਔਰ ਮੇਰੀ ਮੰਗ ਵੀ ਇਸ ਮੌਕੇ ਦੀ ਸਰਕਾਰ ਕੋਲ, ਮੇਰੀ ਮੰਗ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿ ਕੇਂਦਰ ਸਰਕਾਰ ਤੋਂ ਵੀ, ਕਿ ਚਰਨਜੀਤ ਸਿੰਘ ਚੰਨੀ ਨੇ 80 ਕਰੋੜ ਰੁਪਏ ਦਾ ਘਪਲਾ ਕੀਤਾ ਸਕਾਲਰਸ਼ਿਪ ਦਾ। ਕਿਉਂ? ਕਿਉਂਕਿ ਜਿਨ੍ਹਾਂ ਬਲੈਕ ਲਿਸਟਡ ਕਾਲਜ ਦੇ ਖਿਲਾਫ FIR ਹੋਣੀ ਸੀ, ਰੂਲ ਕਹਿੰਦੇ ਸੀ ਕਿ ਕਾਰਵਾਈ ਕਰੋ, ਉਹਨਾਂ ਨੂੰ ਤੁਸੀਂ ਕੁਝ ਘੰਟੇ ਪਹਿਲਾਂ, ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ, ਤੁਸੀਂ ਕੈਬਨਿਟ 'ਚ ਲਿਆ ਕੇ ਉਹਨਾਂ ਨੂੰ ਵੇਵ ਆਫ ਕਰ ਦਿੱਤਾ 80 ਕਰੋੜ ਰੁਪਈਆ। ਕਿਉਂ ਕੀਤਾ? ਕੀ ਅੰਦਰ ਖਾਤੇ ਡੀਲ ਹੋਈ ਤੁਹਾਡੀ ਮੁੱਖ ਮੰਤਰੀ ਜੀ? ਉਸ ਵੇਲੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਕੀ ਡੀਲ ਹੋਈ? ਤੁਸੀਂ ਕਿਉਂ ਕੀਤਾ? ਤੁਹਾਨੂੰ ਯਾਦ ਨਹੀਂ ਆਇਆ 2 ਲੱਖ ਬੱਚਾ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਸਧਰਾਂ, ਉਹਨਾਂ ਦੇ ਸੁਪਨਾ ਚਕਨਾਚੂਰ ਹੋ ਗਏ, ਬੱਚੇ ਪੜ੍ਹਾਈ ਤੋਂ ਬਾਹਰ ਹੋ ਗਏ। ਸੋ ਇਸ ਇਸ਼ੂ ਦੇ ਉੱਤੇ ਇਕੱਲੇ ਸਾਧੂ ਸਿੰਘ ਧਰਮਸੋਤ ਨਹੀਂ, ਮੈਂ ਮੰਗ ਕਰਦਾ ਸਰਕਾਰ ਕੋਲੋਂ, ਪੰਜਾਬ ਦੀ ਕੋਲੋਂ ਤੇ ਕੇਂਦਰ ਕੋਲੋਂ, ਕਿ ਚਰਨਜੀਤ ਸਿੰਘ ਚੰਨੀ ਨੂੰ ਜਾਂਚ ਦੇ ਦਾਇਰੇ 'ਚ ਲਿਆਂਦਾ ਜਾਵੇ ਕਿ ਕੀ ਕਾਰਨ ਸੀ, ਕੀ ਤੁਹਾਡਾ ਲਾਲਚ ਸੀ ਆਪਣਾ ਕਿ ਤੁਸੀਂ ਉਹਨਾਂ ਬਲੈਕ ਲਿਸਟਡ ਇੰਸਟੀਚਿਊਸ਼ਨ ਨੂੰ 80 ਕਰੋੜ ਰੁਪਈਆ ਵੇਵ ਆਫ ਕਰ ਗਏ। ਸਭ ਇਹ ਵੱਡੇ ਇਲਜ਼ਾਮ ਹੈਗੇ ਨੇ ਕਿ 80 ਕਰੋੜ ਰੁਪਏ ਦਾ ਘਪਲਾ ਕੀਤਾ ਚਰਨਜੀਤ ਸਿੰਘ ਚੰਨੀ ਹੋਣਾ ਨੇ। ਇੱਥੇ ਇੱਕ ਗੱਲ ਕਲੀਅਰ ਕਰੋ ਕਿ ਇੱਕ ਜਿਹੜਾ ਮਸਲਾ ਉਠਾਇਆ ਗਿਆ ਸੀਗਾ ਕਿ 64 ਕਰੋੜ ਰੁਪਏ ਦਾ ਘਪਲਾ ਹੈ, ਇਹ ਉਹਨੂੰ ਮਿਲਾ ਕੇ ਹੈ ਕਿ ਜਾਂ ਇਹ ਵੱਖਰੇ ਘਪਲੇ ਦੀ ਤੁਸੀਂ ਗੱਲ ਕਰ ਰਹੇ ਹੋ? ਦੇਖੋ, ਉਹ ਇੱਕ ਅਲੱਗ ਹੈ। 64 ਕਰੋੜ ਰੁਪਈਆ ਸ਼੍ਰੀ ਕਿਰਪਾ ਸ਼ੰਕਰ ਸਰੋਜ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਸੀ, ਉਹਨਾਂ ਦੀ ਰਿਪੋਰਟ ਵਿੱਚ ਆਇਆ ਸੀ, ਉਹਨਾਂ ਦੀ ਜਾਂਚ ਰਿਪੋਰਟ 'ਚ ਆਇਆ ਸੀ, ਜਿਹਦੇ ਉੱਤੇ ਅਸੀਂ ਵੀ ਮੰਗ ਕਰਦੇ ਰਹੇ ਅਕਾਲੀ ਦਲ ਵੱਲੋਂ ਕਿ ਉਹਦੇ ਉੱਤੇ ਕਾਰਵਾਈ ਹੋਵੇ, ਕਿਉਂਕਿ ਉਹਦੇ ਵਿੱਚ ਮੰਤਰੀ ਜੀ ਦੋਸ਼ੀ ਸੀ। ਅੱਛਾ, ਉਹਦੇ ਉੱਤੇ ਮਨਪ੍ਰੀਤ ਜੀ, ਉਹਦੇ ਉੱਤੇ ਆਮ ਪਾਰਟੀ ਵੀ ਉਦੋਂ ਡਿਮਾਂਡ ਕਰਦੀ ਰਹੀ ਹੈ। ਹਰਪਾਲ ਸਿੰਘ ਚੀਮਾ ਉਸ ਵੇਲੇ LOP ਸੀਗੇ, ਇਹ ਵੀ ਡਿਮਾਂਡ ਕਰਦੇ ਰਹੇ ਆ ਜੀ ਕਾਰਵਾਈ ਕਰੋ ਜੀ ਇਸ ਰਿਪੋਰਟ ਦੇ ਉੱਤੇ, ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰੋ ਸਕਾਲਰਸ਼ਿਪ ਦੇ ਮਾਮਲੇ 'ਚ। ਤੇ ਹੁਣ ਕਿਉਂ ਚੁੱਪ ਨੇ? ਹੁਣ ਉਹ ਮਾਮਲਾ ਕਿਉਂ ਤੁਸੀਂ ਠੰਡੇ ਬਸਤੇ 'ਚ ਪਾ ਰਹੇ ਹੋ? ਤੁਸੀਂ ਇੱਕ ਸਾਦੇ ਜਿਹੇ ਕੇਸ ਵਿੱਚ ਗ੍ਰਿਫਤਾਰੀ ਪਾ ਕੇ ਤੁਸੀਂ ਛੱਡਣਾ ਚਾਹੁੰਦੇ ਹੋ ਪੱਕੇ ਤੌਰ ਤੇ? ਕਿ ਬਾਅਦ ਵਿੱਚ ਸੈਟਿੰਗ ਹੈ ਕੋਈ ਇੱਧਰ ਉੱਧਰ ਪੋਲੀਟੀਸ਼ੀਅਨਾਂ ਬੰਦਿਆਂ ਨੂੰ, ਜਿੱਦਾਂ BJP ਕਰ ਰਹੀ ਹੈ? ਲੱਗਦਾ ਕਿ ਇਹ ਕਾਰਵਾਈ ਹੋਏਗੀ? ਜਿਹੜੇ ਤੁਸੀਂ ਮਸਲੇ ਉਠਾਏ ਨੇ, ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ ਦੇ ਧਿਆਨ ਦੇ ਵਿੱਚ ਹੈਗਾ? ਕਿਉਂਕਿ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਫਾਈਲਾਂ ਤਿਆਰ ਕਰ ਰਹੇ ਹਾਂ, ਜਿਨ੍ਹਾਂ ਘਪਲੇ ਕੀਤੇ ਨੇ ਕਹਿੰਦੇ ਸਾਰੇ ਚੁੱਕਾਂਗੇ। ਦੇਖੋ, ਇਹ ਜੇ ਤੁਸੀਂ
ਜਸਟਿਸ ਡਿਲੇਡ ਜਸਟਿਸ ਡਿਨਾਈਡ। ਜੇ ਲੇਟ ਕਰਨਗੇ ਤਾਂ ਹੁਣ ਸੁਣ ਲਓ ਇਹਨਾਂ ਦੀ ਸਕਾਲਰਸ਼ਿਪ ਦੇ ਮਾਮਲਿਆਂ 'ਚ 31,000 ਬੱਚਾ ਅੱਜ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 2020-21 ਦੇ ਉਹਨਾਂ ਨੂੰ ਪੈਸੇ ਨਹੀਂ ਮਿਲ ਸਕੇ। ਕਿਉਂ? ਕਿਉਂਕਿ ਉਹਨਾਂ ਦਾ ਕਹਿ ਦਿੱਤਾ ਜੀ ਸਰਕਾਰ ਨੇ, ਇਹਨਾਂ ਦੇ ਬੈਂਕ ਖਾਤੇ ਠੀਕ ਨਹੀਂ, ਇਹਨਾਂ ਦਾ ਆਧਾਰ ਕਾਰਡ ਠੀਕ ਨਹੀਂ, ਇਹਨਾਂ ਦਾ ਐਡਰੈਸ ਠੀਕ ਨਹੀਂ, ਇਹ ਜੀ ਪੁਰਾਣੇ ਖਾਤੇ ਆ। ਉਹ ਕਹਿ ਕੇ 31,000 ਬੱਚੇ ਨੂੰ ਇਸ ਸਰਕਾਰ ਨੇ ਸਕਾਲਰਸ਼ਿਪ ਤੋਂ ਵਾਂਝਾ ਕਰ ਦਿੱਤਾ। ਤੇ ਉਹ ਜਿਹੜਾ ਪੈਸਾ ਸੀ ਜਿਹੜਾ ਦੇਣਾ ਸੀ ਸਕਾਲਰਸ਼ਿਪ 'ਚ, ਉਹ ਇਸ ਸਰਕਾਰ ਨੇ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਲਾਤਾ, ਡਾਇਵਰਟ ਕਰ ਦਿੱਤੇ ਫੰਡ, ਜਿਹੜੇ ਇਲਜ਼ਾਮ ਕਾਂਗਰਸ 'ਤੇ ਵੀ ਲੱਗਦੇ ਰਹੇ। ਫਿਰ ਇਸ ਸਰਕਾਰ ਨੇ ਤਾਂ ਪਿਛਲੇ ਕਾਂਗਰਸ ਦੀ 5 ਸਾਲ ਦੀ ਸਰਕਾਰ ਨੇ OBC ਦੇ ਬੱਚਿਆਂ ਦਾ 38 ਕਰੋੜ ਰੁਪਈਆ ਦਿੱਤਾ ਹੀ ਨਹੀਂ। ਮੈਂ ਇਸ ਗੌਰਮੈਂਟ ਨੂੰ ਕਹਿਣਾ ਚਾਹੁੰਦਾ, ਤੁਸੀਂ ਵੀ ਜਾਗੋ। ਉਹ OBC ਦੇ ਬੈਕਵਰਡ ਕਲਾਸਿਸ ਬੱਚਿਆਂ ਦਾ 38 ਕਰੋੜ ਰੁਪਈਆ ਜਾਰੀ ਕਰ ਦਿਓ। ਪਿਛਲੀ ਸਰਕਾਰ ਨੇ 5 ਸਾਲ ਉਹਦੀ UC ਨਹੀਂ ਭੇਜੀ ਕੇਂਦਰ ਸਰਕਾਰ ਨੂੰ, ਤੁਸੀਂ ਭਿਜਵਾਓ ਤਾਂ ਕਿ OBC ਦੇ ਗਰੀਬ ਬੱਚਿਆਂ ਨੂੰ ਉਹ ਫੰਡ, ਉਹ ਸਕਾਲਰਸ਼ਿਪ ਮਿਲ ਸਕੇ। ਸਭ ਤੋਂ ਵੱਧ ਮਸਲਾ ਅਕਾਲੀ ਦਲ ਨੇ ਚੁੱਕਿਆ ਸੀਗਾ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ। ਤੁਸੀਂ ਇਹ ਮਸਲਾ ਚੁੱਕਿਆ, ਧਰਨੇ ਤੁਸੀਂ ਲਗਾਏ, ਹੁਣ ਸਰਕਾਰ ਬਦਲ ਗਈ ਹੈ, ਇਹ ਮਸਲੇ ਨੂੰ ਲੈ ਕੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਘੇਰੋਗੇ? ਦੇਖੋ, ਅਸੀਂ ਇਸ ਮਸਲੇ ਨੂੰ ਬਿਲਕੁਲ ਆਥੈਂਟਿਕ ਵੇ ਦੇ ਨਾਲ, ਅੰਕੜਿਆਂ ਦੇ ਨਾਲ ਉਠਾਇਆ, ਵਿਧਾਨ ਸਭਾ 'ਚ ਵੀ ਮੈਦਾਨ 'ਚ ਵੀ ਅਸੀਂ ਲੋਕਾਂ ਤੱਕ ਇਹ ਗੱਲ ਲੈ ਕੇ ਗਏ। ਪਰ ਅਫਸੋਸ ਆ, ਚਲੋ ਸਾਡੇ ਸਮਾਜ ਨੂੰ ਇਸ ਗੱਲ ਦੀ ਸਮਝ ਨਹੀਂ ਆਈ। ਰਿਜ਼ਲਟ ਜਿੱਤਾਂ ਹਾਰਾਂ ਦੇ ਆਉਂਦੇ ਰਹਿੰਦੇ ਆ, ਲੇਕਿਨ ਸਾਡਾ ਫਰਜ਼ ਆ, ਅਸੀਂ ਪੰਜਾਬ ਲਈ, ਅਸੀਂ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਗਰੀਬ ਲੋਕਾਂ ਲਈ ਆਵਾਜ਼ ਉਠਾਉਂਦੇ ਰਹਿਣਾ ਆ। ਆਪਣਾ ਫਰਜ਼, ਆਪਣਾ ਦਾਇਤਵ ਜਿਹੜਾ ਆ ਉਹ ਨਿਭਾਉਂਦੇ ਰਹਿਣਾ ਆ। ਇਸ ਕਰਕੇ ਅਸੀਂ ਮੌਕੇ ਦੀ ਸਰਕਾਰ ਦੀਆਂ ਜਿਹੜੀਆਂ ਕਮਜ਼ੋਰੀਆਂ ਆ, ਜਾਂ ਜਿੱਥੇ ਇਹਨਾਂ ਨੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ, ਚਾਹੇ ਉਹ 6 ਲੱਖ ਨੌਕਰੀ ਦਾ ਵਾਅਦਾ ਆਮ ਪਾਰਟੀ ਸਰਕਾਰ ਦਾ, ਚਾਹੇ ਉਹ 300 ਯੂਨਿਟ ਬਿਜਲੀ ਦਾ ਸਾਰਿਆਂ ਨੂੰ ਮੁਫਤ ਦੇਣਾ ਸੀ, ਚਾਹੇ ਉਹ 1000 ਰੁਪਈਆ ਮਹਿਲਾਵਾਂ ਨੂੰ ਦੇਣਾ ਸੀ ਮਹੀਨੇ ਦਾ, ਜਾਂ ਹੋਰ तमाम ਵਾਅਦੇ ਆ, ਉਹਦੇ ਵਿੱਚ ਵੀ ਆਮ ਪਾਰਟੀ ਕੋਲੋਂ ਵੀ ਹਿਸਾਬ ਲਵਾਂਗੇ। ਤਾਂ ਲੋਕਾਂ ਦੀ ਕਚਹਿਰੀ 'ਚ ਵੀ ਜਾਵਾਂਗੇ ਤੇ ਸੰਘਰਸ਼ ਵੀ ਕਰਾਂਗੇ, ਵਿਰੋਧ ਵੀ ਕਰਾਂਗੇ। ਜੋ ਕੁਛ ਸਾਡੇ ਵੱਸ 'ਚ ਹੋਏਗਾ ਅਸੀਂ ਲੋਕਾਂ ਲਈ ਕਰਦੇ ਰਹਾਂਗੇ। ਜਖਮੀ ਸਾਹਿਬ, ਇੱਕ ਚੀਜ਼ ਹੋਰ, ਕੱਲ੍ਹ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਕਹਿੰਦੇ ਵੱਡਾ ਬਦਲਾਅ ਲੈ ਕੇ ਆ ਰਹੇ ਹਾਂ, ਜਿਹਦੇ ਨਾਲ 40% ਦੀ ਜਿਹੜੀ ਆਮਦਨੀ ਵੀ ਵਧੇਗੀ ਤੇ ਜਿਹੜੇ ਰੇਟ ਨੇ ਉਹ ਵੀ ਘਟ ਜਾਣਗੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਾਲਿਸੀ ਵਧੀਆ ਹੈਗੀ ਹੈ, ਲੋਕਾਂ ਦੇ ਲਈ ਬਿਹਤਰ ਹੈਗੀ ਹੈ? ਕਿਉਂਕਿ ਬਹੁਤ ਸਾਰੇ ਸਵਾਲ ਵੀ ਇਹਦੇ ਤੇ ਉੱਠ ਰਹੇ ਨੇ। ਦੇਖੋ, ਗੱਲ ਇਹ ਆ, ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਦੇ ਉੱਤੇ ਨਾ ਦਿੱਲੀ ਦਾ ਕੋਡ ਲੱਗ ਗਿਆ। ਦਿੱਲੀ ਦੀ ਬਿਮਾਰੀ ਚਿੰਬੜ ਗਈ ਆ ਪੰਜਾਬ ਨੂੰ। ਹੁਣ ਹਰ ਫੈਸਲਾ, ਹਰ ਨੀਤੀ ਉਹ ਦਿੱਲੀ ਤੋਂ ਬਣਦੀ ਹੈ। ਦਿੱਲੀ ਦੇ ਵਿੱਚ ਬੈਠੇ ਜਿਹੜਾ ਮਨੀ ਮਾਫੀਆ ਆ, ਜਿਨ੍ਹਾਂ ਦਾ ਉਹ ਦਿਖਦੇ ਤਾਂ ਪੋਲੀਟੀਸ਼ੀਅਨ ਹੈ ਪਰ ਹੈਗਾ ਅਸਲ 'ਚ ਮਾਫੀਆ ਬਹੁਤ ਵੱਡਾ, ਉਹ ਇਹਨੂੰ ਹੁਣ ਪਾਲਿਸੀਆਂ ਬਣਾ ਕੇ ਦੇ ਰਿਹਾ, ਜਿਹਦੇ ਕਰਕੇ ਪੰਜਾਬ ਦਾ ਪਹਿਲਾਂ ਇੱਕ ਫੈਸਲਾ ਹੋਇਆ ਸੀ ਤੇ ਪੰਜਾਬ ਦੇ ਸਾਰੇ ਆੜ੍ਹਤੀ 28,000 ਆੜ੍ਹਤੀਏ ਵਿਹਲੇ ਹੋ ਗਏ। ਤੇ ਹੁਣ ਇਹਦੇ ਨਾਲ ਪੰਜਾਬ ਦੇ ਲੋਕਲ ਜਿਹੜੇ ਪੰਜਾਬੀ ਆ, ਜਿਹੜੇ ਪੁਸ਼ਤਾਂ ਤੋਂ ਇਸ ਧੰਦੇ ਵਿੱਚ ਲੱਗੇ ਹੋਏ ਆ, ਔਰ ਉਹਨਾਂ ਦੇ ਨਾਲ ਵੀ ਲੋਕ ਲੱਗੇ ਹੋਏ ਆ ਬਹੁਤ ਸਾਰੇ ਜਿਹੜੇ ਕੰਮਕਾਜ 'ਤੇ ਆ, ਰੁਜ਼ਗਾਰ ਵੀ ਕੀਤਾ ਵੀ ਆ ਤੇ ਰੁਜ਼ਗਾਰ ਪੈਦਾ ਵੀ ਕੀਤਾ। ਸੋ ਉਹ ਸਾਰੇ ਇਸ ਪਾਲਿਸੀ ਦੇ ਨਾਲ ਮਨਪ੍ਰੀਤ ਜੀ ਵਿਹਲੇ ਹੋ ਜਾਣਗੇ। ਇਹ ਸਾਰਾ ਸ਼ਰਾਬ ਦਾ ਧੰਦਾ ਹੁਣ ਦਿੱਲੀ ਵਾਲੀਆਂ ਵੱਡੀਆਂ ਕੰਪਨੀਆਂ ਦੇ ਕੋਲ ਚਲੇ ਜਾਏਗਾ ਤੇ ਉਹ ਦਿੱਲੀ ਵਾਲੇ 3-4 ਬੰਦੇ ਹੈਗੇ ਆ ਜੋ ਅਸੀਂ ਸੁਣਦੇ ਆ, ਉਹ 3-4 ਬੰਦੇ ਦਿੱਲੀ 'ਚ ਡੀਲ ਕਰ ਲੈਣਗੇ, ਉੱਥੇ ਮਹੀਨਾ ਬੰਨ੍ਹ ਲੈਣਗੇ ਦਿੱਲੀ 'ਚ, ਉਹ ਦਿੱਲੀ 'ਚ ਦੇਣਗੇ ਤਾਂ ਇੱਥੇ ਸ਼ਰਾਬ ਭਾਵੇਂ ਸਸਤੀ ਹੋਵੇ ਭਾਵੇਂ ਮਾੜੀ ਹੋਵੇ, ਨੁਕਸਾਨ ਪੰਜਾਬ ਦਾ ਹੀ ਹੋਣਾ। ਜੇ ਲੋਕ ਜ਼ਿਆਦਾ ਪੀਣ ਲੱਗ ਜਾਣਗੇ, ਸਰਕਾਰ ਨੂੰ ਖਜ਼ਾਨੇ 'ਚ ਵੱਧ ਪੈਸਾ ਆਉਣ ਲੱਗ ਜਾਊਗਾ, ਉਹ ਵੀ ਪੰਜਾਬ ਦਾ ਨੁਕਸਾਨ ਹੈ, ਕਿਉਂਕਿ ਪੰਜਾਬ ਦੀ ਸਿਹਤ ਖਰਾਬ ਹੋ ਜਾਏਗੀ। ਸੋ ਇਸ ਕਰਕੇ ਇਹ ਪਾਲਿਸੀ ਜਿਹੜੀ ਆ, ਜੋ ਮੈਂ ਸੁਣ ਰਿਹਾ ਆ ਪੱਤਰਕਾਰਾਂ ਕੋਲੋਂ ਵੀ, ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈ। ਇਹ ਪੰਜਾਬ ਦੀ ਸਿਹਤ ਖਰਾਬ ਕਰ ਦੇਗੀ, ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕਰ ਦੇਗੀ।
ਠੀਕ ਹੈ, ਧੰਨਵਾਦ ਟੀਨੂ ਸਾਹਿਬ ਗੱਲਬਾਤ ਕਰਨ ਦੇ ਲਈ। ਸੋ ਇਹ ਪਵਨ ਕੁਮਾਰ ਟੀਨੂ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਦੋਨਾਂ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਕਿ ਇੱਕ ਤਾਂ ਜਿਹੜੀ ਐਕਸਾਈਜ਼ ਪਾਲਿਸੀ ਲਿਆਂਦੀ ਜਾ ਰਹੀ ਹੈ ਇਹ ਦਿੱਲੀ ਦਾ ਕੋਡ ਦੱਸਿਆ ਇਹਨੂੰ ਕਿ ਜਿਹੜਾ ਪੰਜਾਬ ਨੂੰ ਲੱਗਣ ਜਾ ਰਿਹਾ, ਤੇ ਦੂਜੇ ਪਾਸੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ। ਕਿਹਾ ਗਿਆ ਕਿ ਜਿਹੜੇ ਮਸਲੇ ਦੇ ਵਿੱਚ ਗ੍ਰਿਫਤਾਰੀ ਕਰਨੀ ਚਾਹੀਦੀ ਸੀਗੀ ਸਕਾਲਰਸ਼ਿਪ ਘੁਟਾਲੇ ਦੇ ਵਿੱਚ, ਜਿਹੜਾ ਮਸਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਘੇਰੇ ਦੇ ਵਿੱਚ ਲੈਣਾ ਚਾਹੀਦਾ ਸੀਗਾ, ਉਸ ਨੂੰ ਛੱਡ ਕੇ ਜਿਹੜਾ ਜੰਗਲਾਤ ਵਿਭਾਗ ਦੇ ਵਿੱਚ ਇੱਕ ਛੋਟੀ ਹੇਰਾਫੇਰੀ ਕਹਿ ਰਹੇ ਨੇ ਕਿ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਹੀ ਦਿਨਾਂ ਦੇ ਵਿੱਚ ਸਾਧੂ ਸਿੰਘ ਧਰਮਸੋਤ ਬਾਹਰ ਨਿਕਲ ਆਉਣਗੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਟੀਵੀ ਪੰਜਾਬ, ਜਲੰਧਰ।